ਮੇਰੇ ਬਾਇਓਮੈਟ੍ਰਿਕ ਹੋਏ 14 ਅਪ੍ਰੈਲ ਨੂੰ। ਹਾਂਜੀ, ਕਿਵੇਂ ਹੋ ਸਾਰੇ? ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ ਸਾਰੇ ਜਾਣੇ। ਆਪਾਂ ਕੈਨੇਡਾ ਰਿਲੇਟਡ ਵੀਡੀਓਜ਼ ਬਣਾਉਂਦੇ ਹਾਂ, ਠੀਕ ਹੈ, ਫਾਈਲ ਪ੍ਰੋਸੈਸ ਦੀ, ਠੀਕ ਹੈ। ਮੈਂ ਹੁਣ ਸਾਰਾ ਆਪਦਾ ਉੱਧਰ ਜਾ ਕੇ ਵੀ ਬਣਾਵਾਂਗੇ, ਆਪਾਂ ਕੈਨੇਡਾ ਜਾ ਕੇ ਵੀਡੀਓਜ਼, ਠੀਕ ਹੈ, ਵਲੋਗਿੰਗ ਕਰਾਂਗੇ। ਤੇ ਸਭ ਤੋਂ ਪਹਿਲਾਂ ਚਲੋ ਮੈਂ ਦੱਸਦਾ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਆਪਾਂ ਨੂੰ ਕਦੋਂ ਹੁੰਦਾ, ਜਦੋਂ ਆਪਾਂ ਜੀਸੀ ਅਕਾਊਂਟ ਬਣਾ ਲੈਂਦੇ ਹਾਂ। ਮਤਲਬ ਕਿ ਆਪਾਂ ਜਦ ਆਪਾਂ ਆਪਣੀ ਫਾਈਲ ਲਾਂਚ ਕਰ ਦਿੰਦੇ ਹਾਂ, ਫੀਸ ਵਗੈਰਾ ਪੇ ਕਰ ਦਿੰਦੇ ਹਾਂ, ਤਾਂ ਮੋਸਟਲੀ 24 ਆਵਰਸ ਵਿੱਚ ਆ ਜਾਂਦਾ ਹੁੰਦਾ। ਤੇ ਮੇਰਾ 24 ਆਵਰਸ ਦੇ ਵਿੱਚ ਆ ਗਿਆ ਸੀਗਾ। ਤੇ ਪਰ ਕਈਆਂ ਦਾ ਆਉਂਦਾ ਵੀ ਨਹੀਂ। ਤੇ ਇਹਨੂੰ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਕਹਿੰਦੇ ਨੇ, ਠੀਕ ਹੈ, ਕੁਛ ਇੱਦਾਂ ਦਾ ਹੁੰਦਾ ਹੈਗਾ। ਤੇ ਪਰਸਨਲ ਇਨਫੋਰਮੇਸ਼ਨ ਸੀ ਤਾਂ ਨਹੀਂ ਸ਼ੋ ਕਰ ਰਿਹਾ। ਤੇ ਇਹ 'ਚ ਲਿਖਿਆ ਹੋਇਆ ਕਿ ਤੁਸੀਂ ਜੇ ਕੋਈ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੋ ਗਿਆ, ਜਿਵੇਂ ਆਪਣਾ ਸਟੱਡੀ ਪਰਮਿਟ ਹੁੰਦਾ ਹੈਗਾ, ਵਰਕ ਪਰਮਿਟ ਹੋ ਗਿਆ, ਇਹ ਸਾਰਿਆਂ ਲਈ ਆਪਾਂ ਨੂੰ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਚਾਹੀਦਾ ਹੁੰਦਾ ਹੈਗਾ। ਮਤਲਬ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਆ ਜਾਂਦਾ ਹੁੰਦਾ, ਤੇ ਉਸ ਤੋਂ ਬਾਅਦ ਆਪਾਂ ਨੂੰ ਬਾਇਓਮੈਟ੍ਰਿਕ ਦੇਣੇ ਹੁੰਦੇ ਨੇ। ਮੀਨਸ ਕਿ ਫਿੰਗਰ ਸਕੈਨ ਹੋ ਗਏ ਤੇ ਥੰਬਸ ਵਗੈਰਾ, ਠੀਕ ਹੈ। ਤੇ ਹੋਰ ਇਸ ਵਾਸਤੇ ਕੁਛ ਲਿਖਿਆ ਨਹੀਂ ਹੁੰਦਾ। ਤੇ ਬਸ ਇਸ 'ਚ ਮੇਨ ਆਹ ਜਿਹੜਾ GC ਕੀ ਵਿੱਚੋਂ ਡਾਊਨਲੋਡ ਹੁੰਦਾ ਹੈ, ਇਸ ਦਾ ਮਤਲਬ ਇਹ ਹੁੰਦਾ ਕਿ ਆਪਾਂ ਨੇ ਫੀਸ ਪੇ ਕਰਤੀ ਹੈ, ਠੀਕ ਹੈ, ਮਤਲਬ ਬਾਇਓਮੈਟ੍ਰਿਕ ਦੀ। ਤੇ ਹੁਣ ਮੈਂ ਤੁਹਾਨੂੰ ਦੱਸਦਾ, ਮੇਰੇ ਬਾਇਓਮੈਟ੍ਰਿਕ ਹੈਗੇ ਸੀ ਚੰਡੀਗੜ੍ਹ ਵਿੱਚ, ਠੀਕ ਹੈ। ਮੇਰੇ 14 ਤਰੀਕ ਨੂੰ ਸੀਗੇ ਲਾਂਟੇ ਮਾਲ ਵਿੱਚ, ਠੀਕ ਹੈ। ਤੇ ਬਸ ਇੱਕ ਉਸ ਤੋਂ ਬਾਅਦ ਆਪਾਂ ਨੇ ਅਪੁਆਇੰਟਮੈਂਟ ਲੈਣੀ ਹੁੰਦੀ ਹੈ, ਠੀਕ ਹੈ। VFS ਕਰਕੇ ਹੁੰਦਾ ਹੈਗਾ, ਆਪਾਂ ਨੇ ਅਪੁਆਇੰਟਮੈਂਟ ਲੈਣ ਤੋਂ ਐਜ ਦੀ ਲੈਟਰ ਆਉਂਦੀ ਹੁੰਦੀ ਆਪਾਂ ਨੂੰ ਈਮੇਲ, ਠੀਕ ਹੈ। ਤੇ ਉਸ ਤੋਂ ਬਾਅਦ ਮੇਰੀ ਹੈਗੀ ਸੀਗੀ ਅਪੁਆਇੰਟਮੈਂਟ 10:45 ਦੀ, ਠੀਕ ਹੈ। ਬਸ ਇਸ 'ਚ ਡਾਕੂਮੈਂਟ ਰਿਕੁਆਇਰ ਸੀਗੇ, ਸਿਰਫ ਪਾਸਪੋਰਟ ਲਿਆ ਸੀ ਉਹਨਾਂ ਨੇ ਮੇਰੇ ਤੋਂ, ਤੇ ਮੇਰਾ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਤੇ ਅਪੁਆਇੰਟਮੈਂਟ ਵਾਲੀ ਲੈਟਰ ਬਸ। ਤੇ ਮੈਂ ਤੁਹਾਨੂੰ ਦੱਸਦਾ, ਇਹ ਗੇਟ ਨੰਬਰ 2 ਹੈ, ਠੀਕ ਹੈ। ਸਾਰੇ ਜਣੇ ਧਿਆਨ ਰੱਖਿਓ, ਠੀਕ ਹੈ। ਮੋਸਟਲੀ ਆਪਾਂ ਸਾਰੇ ਮੇਨ ਗੇਟ ਵਿੱਚ ਦੀ ਜਾਂਦੇ ਨੇ, ਜੋ ਕਿ ਪਾਰਕਿੰਗ ਦੇ ਸਾਹਮਣੇ ਹੀ ਹੁੰਦਾ ਹੈਗਾ, ਮੇਨ ਗੇਟ ਨੰਬਰ 1, ਠੀਕ ਹੈ। ਕਿਉਂਕਿ ਪਾਰਕਿੰਗ ਸਿਰਫ ਮੇਰੇ ਖਿਆਲ 'ਚ ਗੇਟ ਨੰਬਰ 1 ਦੇ ਮੂਹਰੇ ਹੈਗੀ। ਤੇ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ, ਇੱਕ ਟਿਪ ਦੇ ਦਿੰਦਾ, ਲਾਂਟੇ ਮੋਲ ਓਪਨਿੰਗ 11 ਵਜੇ ਹੁੰਦੀ ਹੈ, ਠੀਕ ਹੈ। ਤੇ ਜਿਨ੍ਹਾਂ ਦੀ 11 ਵਜੇ ਤੋਂ ਪਹਿਲਾਂ ਹੁੰਦੀ ਹੈਗੀ ਅਪੁਆਇੰਟਮੈਂਟ, ਤਾਂ ਉਹਨਾਂ ਨੂੰ ਮਤਲਬ ਗੇਟ ਨੰਬਰ 2 ਆ ਜਾਂ ਸ਼ਾਇਦ 3 ਸੀਗਾ, ਉੱਥੇ ਤੱਕ ਘੁੰਮ ਕੇ ਜਾਣਾ ਹੁੰਦਾ ਹੈਗਾ। ਨੀਅਰ ਅਬਾਊਟ 1 ਕਿਲੋਮੀਟਰ ਹੋ ਜਾਂਦਾ ਹੈਗਾ। ਨਹੀਂ, ਜੇ ਆਪਾਂ 11 ਵਜੇ ਤੋਂ ਬਾਅਦ ਹੁੰਦੀ ਹੈ ਤਾਂ ਆਪਾਂ ਜਸਟ ਲਾਂਟੇ ਮੋਲ ਦੇ ਮੇਨ ਗੇਟ ਤੋਂ ਐਂਟਰ ਕਰਾਂਗੇ ਤਾਂ ਬੈਕ ਸਾਈਡ, ਮਤਲਬ ਆਪੋਜ਼ਿਟ ਸਾਈਡ 'ਤੇ ਉਹਦੇ ਗੇਟ ਇੱਕ ਹੋਰ ਹੈਗਾ, ਮਤਲਬ ਗੇਟ ਇੱਕ ਹੋਰ ਹੈਗਾ। ਤੇ ਉਸ ਤੋਂ ਬਾਅਦ ਬਸ ਆਪਾਂ ਨੇ ਉੱਥੇ ਗੇਟ ਵਿੱਚ ਦੀ ਜਦ ਆਪਾਂ ਬਾਹਰ ਚਲੇ ਜਾਵਾਂਗੇ ਆਪੋਜ਼ਿਟ ਸਾਈਡ ਵੱਲ ਦੀ, ਤੇ ਉੱਥੇ ਸਿਕਿਉਰਿਟੀ ਗਾਰਡ ਨੂੰ ਪੁੱਛ ਲਿਓ, ਤੁਹਾਨੂੰ ਸਿੱਧਾ ਦੱਸ ਦੂਗਾ ਵੀ ਸਾਹਮਣੇ ਹੈਗਾ। ਮੇਰੀ ਅਪੁਆਇੰਟਮੈਂਟ 10:30 ਵਜੇ, ਤਾਂ ਮੈਨੂੰ ਫਿਰ ਘੁੰਮ ਕੇ ਜਾਣਾ ਪਿਆ ਸੀਗਾ ਸਾਰਾ ਰਸਤਾ। ਤੇ ਬਸ ਹੋਰ ਤਾਂ ਇਸ ਵਿੱਚ ਕੁਛ ਨਹੀਂ। ਉੱਥੇ ਮੈਂ ਸਭ ਤੋਂ ਪਹਿਲਾਂ ਗਿਆ ਸੀ, ਮੈਨੇ ਪ੍ਰੀਮੀਅਮ ਸਰਵਿਸ ਲਈ ਸੀ, ਠੀਕ ਹੈ। ਤੇ ਉਹਨਾਂ ਦੇ ਚਾਰਜਿਸ ਹੈਗੇ ਸੀਗੇ 3150 ਰੁਪੀਜ਼ ਸੀਗੇ। ਤੇ ਆਪਾਂ ਇੱਥੇ ਮੈਨੂੰ ਮੇਲ ਆਈ ਸੀਗੀ ਕੁਛ ਇੱਦਾਂ ਦੀ, ਉਹਦੇ ਵਿੱਚ ਇੱਕ ਅਟੈਚਮੈਂਟ ਸੀਗੀ ਵੀ ਇਹ 'ਚ ਬਸ ਐਂ ਲਿਖਿਆ ਹੋਇਆ ਕਿ ਤੁਹਾਡੀ, ਮੈਨੂੰ ਉਹਨਾਂ ਨੇ ਟਰੈਕਿੰਗ ID ਦੇਤੀ ਸੀਗੀ। ਤੇ ਇਹ 'ਚ ਬਸ ਇੱਕ ਉਹ ਲਿਖਿਆ ਹੋਏਗਾ, ਮਤਲਬ ਇਹ ਫੀਸ ਪੇ ਕੀਤੀ ਹੋਈ ਇਹਨਾਂ ਨੇ ਪ੍ਰੀਮੀਅਮ ਲਾਂਚ ਦੀ। ਤੇ ਪ੍ਰੀਮੀਅਮ ਲਾਂਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਮਤਲਬ ਆਪਾਂ ਨੂੰ ਕੋਈ ਲਾਈਨ 'ਚ ਨਹੀਂ ਖੜਨਾ ਹੁੰਦਾ। ਆਪਾਂ ਨੂੰ ਮਤਲਬ ਉੱਥੇ ਜਿੱਥੇ ਆਪਾਂ ਨੂੰ ਕਾਊਂਟਰ 'ਤੇ ਪੁੱਛਣਗੇ ਤੁਹਾਨੂੰ ਕਿਹੜੀ ਸਰਵਿਸ ਲੈਣੀ ਹੈ, ਤਾਂ ਮਤਲਬ ਉਹਦੇ ਬੈਕ ਸਾਈਡ 'ਤੇ ਹੀ ਜਮਾਂ ਇੱਕ ਆਫਿਸ ਹੈਗਾ, ਉੱਥੇ ਮਤਲਬ ਸੋਫੇ ਵਗੈਰਾ ਲੱਗੇ ਹੋਏ ਨੇਗੇ। ਤੇ ਨੋਰਮਲ ਵਾਸਤੇ ਤਾਂ ਸਿੰਪਲ ਚੇਅਰਸ ਲੱਗੀਆਂ ਹੋਈਆਂ ਨੇ। ਤੇ ਮੈਂ ਪ੍ਰੀਮੀਅਮ ਤਾਂ ਲਈ ਸੀ, ਇੱਕ ਤਾਂ ਮੇਰਾ ਮੈਡੀਕਲ ਅਪਡੇਟ ਹੋ ਗਿਆ ਨਾਲ 24 ਆਵਰਸ ਦੇ ਵਿਦਿਨ। ਤੇ ਇਹਨਾਂ ਨੇ ਕਿਹਾ ਸੀਗਾ ਕਿ 1 ਵੀਕ 'ਚ ਆ ਜਾਊਗਾ, ਪਰ ਆਈ ਥਿੰਕ ਸਭ ਨੂੰ ਪਤਾ ਹੀ ਹੈ ਕਿ ਆਉਂਦਾ ਤਾਂ 1 ਵੀਕ 'ਚ ਹੈ ਨਹੀਂ, ਪਰ ਫਿਰ ਵੀ ਕੁਛ ਉਹਨਾਂ ਨਾਲੋਂ ਫਰਕ ਹੁੰਦਾ ਹੈਗਾ। ਮੇਰੇ ਫਰੈਂਡ ਦਾ ਨੋਰਮਲ ਨਾਲੋਂ ਜਲਦੀ ਆ ਗਿਆ ਸੀ, ਤਾਂ ਕਰਕੇ ਇਸ ਲਈ ਮੈਂ ਪ੍ਰੀਮੀਅਮ ਸਰਵਿਸ ਲੈ ਲਈ ਸੀ, ਠੀਕ ਹੈ। ਤੇ ਹੋਰ ਮੈਂ ਹੋਰ ਬਸ ਡਾਕੂਮੈਂਟ ਤਾਂ ਇਹੀ ਲੱਗੇ ਸੀਗੇ। ਕੰਸੈਂਟ ਫਾਰਮ ਹੁੰਦਾ ਹੈਗਾ ਇੱਕ, ਉਹਨਾਂ ਨੇ ਪਰ ਮੈਥੋਂ ਮੰਗਿਆ ਨਹੀਂ ਸੀਗਾ, ਠੀਕ ਹੈ। ਉਹਨਾਂ ਨੇ ਬਸ ਇੱਕ ਜਗ੍ਹਾ 'ਤੇ ਸਾਈਨ ਕਰਵਾ ਲਏ ਸੀ ਮੈਮ ਨੇ, ਤੇ ਆਪ ਹੀ ਸਾਰਾ ਕੁਝ ਦੱਸ ਦਿੰਦੇ ਹੁੰਦੇ ਨੇ ਆਪਾਂ ਨੂੰ ਕੀ ਕਰਨਾ ਕੀ ਨਹੀਂ ਕਰਨਾ ਪ੍ਰੀਮੀਅਮ ਸਰਵਿਸ ਲਈ, ਠੀਕ ਹੈ। ਤੇ ਬਸ ਉਸ ਤੋਂ ਬਾਅਦ ਮੈਨੂੰ ਨੀਅਰ ਅਬਾਊਟ 5 ਮਿੰਟ ਲੱਗੇ ਹੋਣਗੇ। ਉਹਨਾਂ ਨੇ ਐਪਲੀਕੇਸ਼ਨ ਵਗੈਰਾ ਫਿਲ ਕੀਤੀ ਆਪ ਹੀ, ਠੀਕ ਹੈ, ਸਾਰਾ ਕੁਛ। ਤੇ ਬਸ ਉਹਨਾਂ ਨੇ ਬਾਇਓਮੈਟ੍ਰਿਕ ਜਿੱਥੇ ਹੁੰਦੇ ਨੇਗੇ ਉੱਥੇ ਭੇਜਤਾ, ਮਤਲਬ ਰੂਮ ਹੁੰਦੇ ਨੇਗੇ 8-9 ਰੂਮ ਨੇ ਮੇ ਬੀ, ਤੇ ਆਪਾਂ ਨੂੰ ਉੱਥੇ ਭੇਜਤਾ। ਬਸ ਮੈਨੂੰ ਉੱਥੇ ਇੱਕ ਨੰਬਰ ਲਗਾ ਕੇ ਦੇ ਦਿੱਤਾ ਸੀ ਉਹਨਾਂ ਨੇ, ਸਲਿੱਪ ਕੱਟ ਦਿੱਤੀ ਸੀਗੀ, ਉਹ 'ਤੇ ਲਿਖਿਆ ਹੁੰਦਾ ਹੈਗਾ ਪ੍ਰੀਮੀਅਮ ਲਾਂਚ ਜਾਂ ਨੋਰਮਲ ਸਰਵਿਸ, ਤੇ ਉਹੀ ਟੋਕਨ ਨੰਬਰ ਹੁੰਦਾ ਹੈਗਾ ਆਪਣਾ, ਠੀਕ ਹੈ। ਬਸ ਉਹ ਟੋਕਨ ਨੰਬਰ ਉੱਥੇ ਸਟਾਫ ਮੈਂਬਰ ਹੋਊਗਾ, ਤੁਸੀਂ ਉਹਨੂੰ ਕਹਿ ਦਿਓ ਕਿ ਮੇਰਾ ਟੋਕਨ ਨੰਬਰ ਹੈਗਾ। ਤੇ ਵੈਸੇ ਉਹ ਹਰ ਇੱਕ 5-10 ਮਿੰਟ ਬਾਅਦ ਬੋਲਦੇ ਰਹਿੰਦੇ ਨੇ ਵੀ ਆਹ ਟੋਕਨ ਨੰਬਰ ਦੀ ਟਰਨ ਆ ਗਈ ਬਾਇਓਮੈਟ੍ਰਿਕ ਲਈ, ਠੀਕ ਹੈ। ਤੇ ਬਸ ਫਿਰ ਆਪਾਂ ਬਾਇਓਮੈਟ੍ਰਿਕ ਦੇਣੇ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਨੇ ਮੇ ਬੀ ਉੱਥੇ ਕੈਮਰਾ ਲੱਗਿਆ ਹੁੰਦਾ, ਹੱਥ ਐਂ ਕਰਕੇ ਐਂ ਕਰਨੇ ਹੁੰਦੇ ਨੇ, ਠੀਕ ਹੈ। ਤੇ ਐਵੇਂ ਵੀ ਕਰਨੇ ਹੁੰਦੇ ਨੇ ਤੇ ਐਂ ਵੀ, ਠੀਕ ਹੈ। ਮਤਲਬ ਸਾਰੇ ਪਾਸੇ ਉਹਨਾਂ ਨੂੰ ਹੱਥ ਦਿਖਾਉਣਾ ਹੁੰਦਾ ਕਿ 4 ਫਿੰਗਰਸ ਹੈਗੀਆਂ ਨੇ ਸਾਡੀਆਂ, ਤੇ ਇੱਕ ਥੰਬ, ਠੀਕ ਹੈ।
ਇੰਨੀ ਇੱਕ ਗੱਲ ਦੱਸ ਦਿੰਦਾ, ਆਪਾਂ 5 ਫਿੰਗਰਸ ਨਹੀਂ ਹੁੰਦੀਆਂ ਤਾਂ ਆਪਣੀ 4 ਫਿੰਗਰਸ ਤੇ 1 ਥੰਬ ਹੁੰਦਾ, ਠੀਕ ਹੈ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਮੈਂ 4 ਫਿੰਗਰਸ ਮਤਲਬ ਰਖਾਈਆਂ ਉਹਨਾਂ ਨੇ, ਮਤਲਬ ਪਹਿਲਾਂ ਰਾਈਟ ਹੈਂਡ ਤੇ ਫਿਰ ਲੈਫਟ ਹੈਂਡ ਦੀਆਂ, ਫਿਰ ਉਹਨਾਂ ਨੇ ਕਿਹਾ ਦੋਨੋਂ ਹੈਂਡਸ ਦੇ ਥੰਬ ਰੱਖੋ। ਤੇ ਬਸ 10 ਮਿੰਟ ਉੱਥੇ ਲੱਗੇ ਹੋਣਗੇ। ਇੱਕ ਉੱਥੇ ਟਰਮਸ ਐਂਡ ਕੰਡੀਸ਼ਨ ਦੀਆਂ ਲਿਖੀਆਂ ਹੁੰਦੀਆਂ ਨੇ ਆਪਾਂ ਨੂੰ, ਜੋ ਕਿ ਕਹਿਣਾ ਹੀ ਪੈਂਦਾ ਹੁੰਦਾ ਵੈਸੇ ਕੀ ਹੈ ਵੀ ਅਸੀਂ ਐਗਰੀ ਕਰਦੇ ਹਾਂ, ਕਿਉਂਕਿ ਉਹਨਾਂ ਨੇ ਬਾਇਓਮੈਟ੍ਰਿਕ ਕੈਨੇਡਾ ਭੇਜਣੇ ਹੁੰਦੇ ਨੇ। ਅਲੱਗ-ਅਲੱਗ ਉਹਨਾਂ ਦੀ ਮਤਲਬ ਜਿਹੜੇ ਆਫਿਸਿਸ ਹੁੰਦੇ ਨੇਗੇ, ਜਿਵੇਂ ਕਿ ਵੀਜ਼ਾ ਐਪਲੀਕੇਸ਼ਨ ਵਾਲੇ ਹੋ ਗਏ, ਪੁਲਿਸ ਡਿਪਾਰਟਮੈਂਟ ਹੋ ਗਏ, ਅਲੱਗ-ਅਲੱਗ ਡਿਪਾਰਟਮੈਂਟ ਉਹਨਾਂ ਕੋਲ ਜਾਂਦੀਆਂ ਹੁੰਦੀਆਂ ਨੇ ਡਿਟੇਲਸ। ਤਾਂ ਆਪਾਂ ਨੇ ਬਸ ਨੋਰਮਲੀ ਪੜ੍ਹ ਕੇ ਕਹਿ ਦੇਣਾ ਵੀ ਠੀਕ ਹੈ। ਤੇ ਬਸ ਹੋਰ ਤਾਂ ਕੁਛ ਹੈ ਨਹੀਂ ਉੱਥੇ ਹੁੰਦਾ ਗਾ। ਤੇ ਮੈਂ ਇੱਕ ਦੱਸ ਦਿੰਦਾ ਤੁਹਾਨੂੰ, ਮੈਨੂੰ ਉੱਥੇ ਇੱਕ ਉਹਨਾਂ ਨੇ ਕੀ ਕਹਿੰਦੇ ਨੇ ਕਿ ਬਾਇਓਮੈਟ੍ਰਿਕ ਜਦ ਹੋਏ ਤਾਂ ਮੈਨੂੰ ਉਹਨਾਂ ਨੇ ਇੱਕ ਸਲਿੱਪ ਜੀ ਦਿੱਤੀ ਸੀ, ਆਈ ਥਿੰਕ ਸ਼ਾਇਦ ਪ੍ਰੀਮੀਅਮ ਮੈਂਬਰਸ ਨੂੰ ਮਿਲਣੀ ਹੁੰਦੀ ਹੈ। ਸਲਿੱਪ ਤੋਂ ਬਾਅਦ ਬਸ ਫਿਰ ਇੱਕ ਉਹ ਇੱਥੇ ਪਾਸਪੋਰਟ ਤੇ ਸਟੈਂਪ ਜੀ ਪੇਸਟ ਕਰ ਦਿੰਦੇ ਹੁੰਦੇ ਨੇ ਕਿ ਸਲਿੱਪ ਜੀ ਹੁੰਦੀ ਹੈ, ਬਸ ਹੋਰ ਕੁਝ ਨਹੀਂ ਹੈਗਾ। ਤੇ ਜਦੋਂ ਮੈਂ ਗੇਟ ਚੋਂ ਬਾਹਰ ਆਏ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਦਿੱਤੀ ਸੀਗੀ ਸਿਮ ਵਾਸਤੇ, ਕਹਿੰਦੇ ਜਦੋਂ ਵੀ ਮਤਲਬ ਤੁਹਾਡੀ ਫਲਾਈਟ ਹੋਊਗੀ, ਜਿਸ ਦਿਨ ਫਲਾਈਟ ਹੋਊਗੀ ਤਾਂ ਉਸ ਤੋਂ 2 ਵੀਕਸ ਪਹਿਲਾਂ ਕਰ ਦਿਓ, ਤੁਹਾਨੂੰ ਸਿਮ ਕਾਰਡ ਘਰੇ ਆ ਜਾਊਗਾ। ਤੇ ਮੈਂ ਤੁਹਾਨੂੰ ਦੱਸ ਦਿੰਦਾ, ਤੇ ਇਹ 'ਚ ਲਿਖਿਆ ਹੋਏਗਾ ਗੈਟ ਅ ਫ੍ਰੀ ਸਿਮ ਵੋਰ $45 ਆਫ ਕੈਨੇਡਾ ਬਿਫੋਰ ਯੂ ਫਲਾਈ। ਤੇ ਇਹਦੇ ਵਿੱਚ ਲਿਖਿਆ ਹੋਏਗਾ ਲੋਕਲ ਕੈਨੇਡਾ ਨੰਬਰ ਹੈਗਾ, ਤੇ 1 ਮੰਥ ਫ੍ਰੀ ਕਾਲਿੰਗ ਹੈ ਵਿਦ ਇਨ ਕੈਨੇਡਾ, ਤੇ ਕੁਝ ਮਿੰਟਸ ਦਿੱਤੇ ਜਾਣਗੇ ਇੰਡੀਆ ਕਾਲ ਕਰਨ ਲਈ, ਤੇ 4.5 GB ਡਾਟਾ ਮਿਲੂਗਾ 4G ਵੈਸੇ ਆਪਾਂ ਨੂੰ ਇੰਡੀਆ ਕਰਕੇ ਬਹੁਤ ਘੱਟ ਲੱਗਦਾ ਹੈ। ਤੇ ਬਸ ਇਸ ਵਿੱਚ ਹੋਰ ਕੁਝ ਨਹੀਂ ਹੈਗਾ। ਤੇ ਪਿੱਛੇ ਇਹਨਾਂ ਨੇ WhatsApp ਨੰਬਰ ਤੇ ਈਮੇਲ ਦਿੱਤੀ ਹੋਈ ਹੈ, ਤੇ ਬਸ ਉਸ ਵਿੱਚ ਤਾਂ ਲਿਖਿਆ ਵੀ ਸਿਰਫ ਫਸਟ ਟਾਈਮ ਲਈ ਐਪਲੀਕੇਬਲ ਹੈ, ਠੀਕ ਹੈ ਇਹ। ਤੇ ਬਸ ਉਸ ਤੋਂ ਬਾਅਦ ਹਾਰਡਲੀ ਮਤਲਬ ਅੱਧਾ ਘੰਟਾ ਲੱਗਦਾ, ਵੱਧ ਤੋਂ ਵੱਧ ਹਾਫ ਐਨ ਆਵਰ ਲੱਗਦਾ, ਇਸ ਤੋਂ ਬਾਅਦ ਆਪਾਂ ਨੂੰ ਉੱਥੇ ਟਾਈਮ ਲੱਗਦਾ ਨਹੀਂ। ਤੇ ਬਸ ਉਸ ਤੋਂ ਬਾਅਦ ਫਿਰ ਆਪਾਂ ਜਾ ਸਕਦੇ ਹਾਂ ਇਲਾਂਟੇ ਮੋਲ ਘੁੰਮ ਸਕਦੇ ਹਾਂ। ਮੈਂ ਵੀ ਘੁੰਮ ਕੇ ਆਇਆ ਸੀ, ਮੈਂ ਕਲਿੱਪਸ ਪਾ ਦੂੰਗਾ ਥੋੜ੍ਹੀ ਜਿਹੀਆਂ। ਤੇ ਬਸ ਹੋਰ ਕੁਝ ਨਹੀਂ ਤਾਂ ਹੈ ਨਹੀਂ ਇਸ 'ਚ। ਤੇ ਵੀਜ਼ਾ ਦੇਖੋ ਮੇਰਾ ਮੈਡੀਕਲ ਅਪਡੇਟ ਹੋ ਗਿਆ ਸੀ 24 ਆਵਰਸ 'ਚ, ਸ਼ਾਇਦ ਉਸ ਤੋਂ ਵੀ ਘੱਟ ਹੀ ਲੱਗੇ ਹੋਣਗੇ। ਹਾਂਜੀ 10:45 ਦੀ ਮੇਰੀ ਅਪੋਇੰਟਮੈਂਟ ਸੀ, ਤਾਂ ਮੇਰੇ ਲਗਭਗ ਮੈਂ 3-4 ਵਜੇ ਚੈੱਕ ਕੀਤਾ ਸੀਗਾ, ਤੇ ਉਸ 'ਚ ਅਪਡੇਟ ਹੋ ਗਏ ਸੀਗੀ। ਹੋਪਫੁਲੀ ਮੇਰਾ ਏਜੰਟ ਬਹੁਤ ਵਧੀਆ ਨੇ, ਤੇ ਉਹਨਾਂ ਨੇ ਮੈਨੂੰ GCK ਦੱਸਤੀ ਸੀ, ਠੀਕ ਹੈ। ਮੋਸਟਲੀ ਏਜੰਟਸ ਦੱਸਦੇ ਨਹੀਂ ਹੁੰਦੇ। ਤੇ ਸਭ ਤੋਂ ਵਧੀਆ ਮੇਰੇ ਰਿਲੇਸ਼ਨਸ ਵਧੀਆ ਨੇ ਉਹਨਾਂ ਨਾਲ ਕਾਫੀ, ਕਿਉਂਕਿ ਮੈਂ ਉਹਨਾਂ ਨੂੰ ਵੈਸੇ ਵੀ ਹਰ ਗੱਲ ਪੁੱਛਦਾ ਰਹਿੰਦਾ ਬਾਰ-ਬਾਰ, ਤਾਂ ਉਹ ਆਪੇ ਉਹਨਾਂ ਨੂੰ ਇੱਦਾਂ ਹੋ ਜਾਂਦਾ ਕਿ ਵੀ ਬੱਚੇ ਨੂੰ ਨੌਲੇਜ ਹੈਗੀ ਹੈ। ਤਾਂ ਆਪਾਂ ਨੂੰ ਵੀ ਹੁਣ ਸਾਰਿਆਂ ਨੂੰ ਇੱਦਾਂ ਹੋਣਾ ਚਾਹੀਦਾ ਕਿ ਆਪਾਂ ਨੂੰ ਹਰ ਇੱਕ ਇਨਫੋਰਮੇਸ਼ਨ ਬਾਰ-ਬਾਰ ਪੁੱਛਣੀ ਚਾਹੀਦੀ ਹੈ, ਕਿ ਜਿਵੇਂ ਕਿ ਅਪਡੇਟ ਹੋ ਗਿਆ ਕੋਈ ਵੀ ਡਾਕੂਮੈਂਟ ਆਪਾਂ ਨੂੰ ਪੂਰੀ ਕਲੈਰੀਫਿਕੇਸ਼ਨ ਕਰਨੀ ਚਾਹੀਦੀ ਉਹਨਾਂ ਨਾਲ, ਤਾਂ ਕਿ ਫਿਰ ਉਹ ਕੁਝ ਮਤਲਬ ਡਬਲ ਚੈੱਕ ਕਰਕੇ ਆਪਾਂ ਨੂੰ ਸੈਂਡ ਕਰਨ। ਜਿਵੇਂ ਕਿ ਮੇਰੇ ਵੀਜ਼ਾ ਐਪਲੀਕੇਸ਼ਨ ਫੋਰਮ ਵਿੱਚ ਥੋੜ੍ਹੀ ਸਪੈਲਿੰਗ ਮਿਸਟੇਕ ਕੀਤੀ ਹੋਈ ਸੀ, ਮੈਂ ਉਹਨਾਂ ਤੋਂ 2-3 ਵਾਰ ਚੈੱਕ ਕਰਵਾਇਆ ਸੀਗਾ, ਮੰਗਵਾ ਲਿਆ ਸੀਗਾ ਵੀ ਮੈਨੂੰ 2-3 ਵਾਰ ਮਤਲਬ ਵੀ ਫਸਟ ਟਾਈਮ ਉਹਨਾਂ ਨੇ ਜਦ ਮਤਲਬ ਭੇਜਿਆ ਸੀ ਉਸ ਮਿਸਟੇਕ ਸੀਗੀਆਂ, ਤੇ ਉਸ ਤੋਂ ਬਾਅਦ ਉਹਨਾਂ ਨੇ ਸਹੀ ਕਰਕੇ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਸਹੀ ਕਰਕੇ ਫਿਰ ਮੈਨੂੰ ਫਿਰ ਦੁਬਾਰਾ ਭੇਜਿਓ, ਤਾਂ ਉਹਨਾਂ ਨੇ ਭੇਜਿਆ ਸੀ। ਤਾਂ ਇਸ ਲਈ ਆਪਾਂ ਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਤੇ ਮਤਲਬ ਸਪੈਲਿੰਗ ਮਿਸਟੇਕ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਲਿਆ ਕਰੋ ਉਹਨਾਂ ਨੂੰ। ਏਜੰਟ ਨੂੰ ਮਤਲਬ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ, ਆਪਾਂ ਨੂੰ ਆਪਣਾ ਕੁਝ ਗਲਤ ਹੋ ਜਾਏ ਤਾਂ ਉਹਨਾਂ ਨੇ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ, ਠੀਕ ਹੈ। ਆਪਾਂ ਨੂੰ ਬਿਨਾਂ ਗੱਲੋਂ ਟੈਨਸ਼ਨ ਹੋ ਜੂਗੀ। ਤੇ ਬਸ ਹੋਪਫੁਲੀ ਆਪਾਂ ਦੇਖਦੇ ਹਾਂ ਵੀਜ਼ਾ ਕਦੋਂ ਆਉਂਦਾ। ਆਪਣਾ 9 ਅਪ੍ਰੈਲ ਨੂੰ ਲਾਂਚ ਕੀਤੀ ਸੀ ਫਾਈਲ। ਤੇ ਜੇ ਕਿਸੇ ਨੂੰ ਕੁਝ ਪਤਾ ਕਿ ਮੈਡੀਕਲ ਕਿੰਨੇ ਦਿਨਾਂ 'ਚ ਅਪਡੇਟ ਹੋ ਜਾਂਦਾ ਹੁੰਦਾ ਤਾਂ ਪਲੀਜ਼ ਮੈਨੂੰ ਦੱਸ ਦਿਓ। ਮੇਰਾ ਮੈਡੀਕਲ ਹਾਲੇ ਤੱਕ ਅਪਡੇਟ ਨਹੀਂ ਹੋਇਆ। ਡੈਟ ਇਜ਼ ਟੂਡੇ, ਡੇਟ ਇਜ਼ 17 ਅਪ੍ਰੈਲ ਹੈ, ਤੇ 9 ਅਪ੍ਰੈਲ ਨੂੰ ਮੈंने ਲਾਂਚ ਕੀਤੀ ਸੀਗੀ ਫਾਈਲ। ਤੇ ਬਾਇਓਮੈਟ੍ਰਿਕ ਮੇਰੇ ਮੈਡੀਕਲ ਮੇਰਾ 7 ਮਾਰਚ ਨੂੰ ਹੋਇਆ ਸੀ। ਤੇ ਬਸ ਹੋਰ ਕੁਝ ਨਹੀਂ। ਥੈਂਕਸ ਫॉर ਵਾਚਿੰਗ ਵੀਡੀਓ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ।